ਅਗਮ ਅਗੋਚਰ ਸਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਮੂਕ ਉਚਰੈ ਖਟ ਸ਼ਾਸਤਰ, ਪਿੰਗ ਗਿਰਨ ਚੜ ਜਾਏ। ਅੰਧ ਲਖੋ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਤਵਾਹ। ਜੋਗ ਜੋਗ ਫੇਰ ਵਟਾਈਐ, ਗਿਆਨੀ ਬੂਝੈ ਤਾਹੇ। ਸਤਿਯੁਗ ਰਸ ਸੰਤੋਖਾ, ਧਰਮ ਅਗੈ ਰਥਵਾਹੁ। ਤ੍ਰੇਤੈ ਰਥ ਜਤੈ ਕਾ, ਜੋਰ ਅਗੈ ਰਥਵਾਹੁ। ਦੁਆਪਰ ਰਥ ਤਪੈ ਕਾ, ਸਤ ਅਗੈ ਰਥਵਾਹੁ। ਕਲਯੁਗ ਰਥ ਅਗਨ ਕਾ, ਕੂੜ ਅਗੈ ਰਥਵਾਹੁ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਅਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਜਿਸ ਦੇ ਤਹਿਤ ਆਸਾ ਕੀ ਵਾਰ ਦੀ 13ਵੀਂ ਪੌੜੀ ਦੇ ਨਾਲ ਜੋ 2 ਸ਼ਲੋਕ ਆਏ ਹਨ, ਉਹਨਾਂ ਵਿੱਚੋਂ ਪਹਿਲੇ ਸ਼ਲੋਕ ਦਾ ਪਾਠ ਇਸ ਸਮੇਂ ਕੀਤਾ ਗਿਆ ਹੈ। ਇਸ ਸ਼ਲੋਕ ਦੀ ਕਥਾ ਵਿਚਾਰ ਕੱਲ੍ਹ ਵੀ ਕੀਤੀ ਗਈ ਸੀ। ਫਿਰ ਹੁਕਮ ਹੋਇਆ ਹੈ ਕਿ ਇਸ ਦੀ ਕਥਾ ਦੁਬਾਰਾ ਰਿਪੀਟ ਕੀਤੀ ਜਾਵੇ। ਇਸ ਪਾਵਨ ਸ਼ਬਦ ਦੇ ਵਿੱਚ ਜਿਹੜੇ 4 ਯੁੱਗ ਹਨ, ਸਤਿਯੁਗ, ਤ੍ਰੇਤਾ, ਦੁਆਪਰ ਔਰ ਕਲਯੁਗ, 4 ਯੁੱਗਾਂ ਦਾ ਨਾਂ ਆਇਆ ਹੈ। ਔਰ 4 ਯੁੱਗਾਂ ਦੇ ਵਿੱਚ ਮਨੁੱਖਾ ਜੀਵਨ ਦਾ ਕੀ ਜਿਹੜਾ ਸੀ ਮਕਸਦ ਬਣਿਆ, ਉਸ ਦੇ ਮੁਤਾਬਕ ਕੀ ਜੀਵਨ ਸੀ ਮਨੁੱਖਾ। ਤੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਸੇ ਦੇ ਮੁਤਾਬਕ ਜੀਵਨ ਦੀ ਰੌਂ ਚੱਲੀ ਹੈ, ਜੀਵਨ ਚੱਲਿਆ ਹੈ। ਜਦੋਂ ਜਦੋਂ ਮਨੁੱਖ ਦਾ ਲਕਸ਼ ਬਦਲ ਜਾਵੇ ਤਾਂ ਉਦੋਂ ਫਿਰ ਜੀਵਨ ਦੀ ਰੌਂ, ਜੀਵਨ ਦਾ ਵਿਵਹਾਰ, ਜੀਵਨ ਦੀ ਗਤੀ ਕੁਝ ਹੋਰ ਹੋ ਜਾਂਦੀ ਹੈ। ਜਿਵੇਂ ਕਿਸੇ ਨੇ ਭਲਵਾਨ ਬਣਨਾ ਹੈ ਤਾਂ ਉਹਨੂੰ ਆਪਣੇ ਸਰੀਰਕ ਜੀਵਨ ਨੂੰ, ਉਹਦੇ ਕਰਮ ਨੂੰ ਬਦਲਣਾ ਪਵੇਗਾ। ਬਲਵਾਨ ਬਣਨਾ ਹੈ ਤਾਂ ਉਹਨੂੰ ਮੱਲ ਅਖਾੜੇ ਵਿੱਚ ਜਾਣਾ ਪਵੇਗਾ।
और उत्थे ਦੇ ਵਾਤਾਵਰਣ ਦੇ ਅਨੁਸਾਰ, ਉੱਥੋਂ ਦੀ ਮਰਿਆਦਾ ਦੇ ਅਨੁਸਾਰ ਚੱਲਣਾ ਪਵੇਗਾ। ਲਕਸ਼ ਇਹ ਹੈ ਮੈਂ ਭਲਵਾਨ ਬਣਨਾ ਹੈ, ਤਾਂ ਫਿਰ ਉਸ ਤਰ੍ਹਾਂ ਦੇ ਕਰਮ ਸਾਡੇ ਜੀਵਨ ਦੇ ਅੰਦਰ, ਸਾਡੇ ਕਰਮ ਜੀਵਨ ਦੀ ਅਗਵਾਈ ਕਰਨ ਲੱਗ ਜਾਂਦੇ ਹਨ। ਮਕਸਦ ਇਹ ਹੈ ਕਿ ਮੈਂ ਕੋਈ ਟੀਚਰ ਬਣਨਾ ਹੈ, ਤਾਂ ਉਸ ਤਰ੍ਹਾਂ ਦੇ ਕਰਮ ਮਨੁੱਖ ਕਰਨ ਲੱਗ ਜਾਂਦਾ ਹੈ। ਮਨੁੱਖ ਦੇ ਜੀਵਨ ਦਾ ਟੀਚਾ ਇਹ ਹੈ, ਲਕਸ਼ ਇਹ ਹੈ ਕਿ ਮੈਂ ਕੋਈ ਗਿਆਨਵਾਨ ਵਿਦਵਾਨ ਬਣਨਾ ਹੈ, ਤਾਂ ਉਹ ਵੇਦਾਂ ਨੂੰ ਪੜ੍ਹੇਗਾ। ਵੇਦਾਂ ਦਾ ਭਾਵ ਧਾਰਮਿਕ ਗ੍ਰੰਥਾਂ ਨੂੰ, ਸ਼ਾਸਤਰਾਂ ਨੂੰ ਪੜ੍ਹੇਗਾ। ਜਿਵੇਂ ਜਿਵੇਂ ਮਨੁੱਖ ਦੇ ਜੀਵਨ ਦਾ ਲਕਸ਼ ਬਦਲਦਾ ਹੈ, ਉਹਦੇ ਸਰੀਰ ਦੀ ਕਿਰਿਆ, ਸਰੀਰ ਦੇ ਕਰਮ ਕਰਨ ਦਾ ਤਰੀਕਾ ਵੀ ਬਦਲ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਇੱਥੇ ਯੁਗਾਂ ਦੀ ਡੈਫੀਨੇਸ਼ਨ ਦੱਸੀ ਹੈ, ਯੁਗਾਂ ਦੀ ਪਰਿਭਾਸ਼ਾ ਦੱਸੀ ਹੈ। ਗੁਰਬਾਣੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਸ਼ਬਦ ਨੇ ਜਿੱਥੇ ਯੁਗਾਂ ਦੀ ਵਿਚਾਰ ਦੱਸੀ ਗਈ ਹੈ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ, ਭਾਈ ਗੁਰਦਾਸ ਜੀ, ਉਹ ਵੀ ਯੁਗਾਂ ਬਾਰੇ ਲਿਖਦੇ ਨੇ। ਯੁਗ ਯੁਗ ਮੇਰ ਸਰੀਰ ਕਾ ਵਾਸਨਾ ਬੱਧਾ, ਆਵੈ ਜਾਵੈ। ਯੁਗ ਯੁਗ ਫੇਰ ਵਟਾਈਐ, ਗਿਆਨੀ ਹੋਏ ਮਰਮ ਕੋ ਪਾਵੈ। ਜਿਸ ਤਰ੍ਹਾਂ ਦੀ ਮਨੁੱਖ ਦੀ ਵਾਸ਼ਨਾ ਹੈ, ਉਸੇ ਤਰ੍ਹਾਂ ਦਾ ਫਿਰ ਇਹਦਾ ਜੀਵਨ ਦਾ ਸੁਭਾਅ ਬਣ ਜਾਂਦਾ ਹੈ। ਉਸ ਸੁਭਾਅ ਦੇ ਮੁਤਾਬਕ ਫਿਰ ਇਹ ਕਰਮ ਕਰਦਾ ਹੈ, ਚੱਲਦਾ ਹੈ, ਅਤੇ ਫਿਰ ਇਸੇ ਚੱਕਰ ਵਿੱਚ ਹੀ ਪਿਆ ਹੋਇਆ ਕਈ ਯੁਗਾਂ ਦੇ ਵਿੱਚ ਭਟਕੀ ਜਾਂਦਾ ਹੈ। ਜਦ ਕਿ ਸਤਿਗੁਰੂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਮਨੁੱਖਾ ਜੀਵਨ ਦਾ ਲਕਸ਼ ਤਾਂ ਇੱਕੋ ਹੈ, ਉਹ ਹੈ ਵਾਹਿਗੁਰੂ ਦੀ ਬੰਦਗੀ ਕਰਨੀ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਭਾਵੇਂ ਸਤਿਯੁਗ ਹੈ, ਭਾਵੇਂ ਤ੍ਰੇਤਾ ਹੈ, ਭਾਵੇਂ ਦੁਆਪਰ ਹੈ, ਭਾਵੇਂ ਕਲਯੁਗ ਹੈ, ਗੁਰੂ ਪਾਤਸ਼ਾਹ ਕਹਿੰਦੇ ਮਨੁੱਖਾ ਜੀਵਨ ਦਾ ਇੱਕੋ ਹੀ ਲਕਸ਼ ਹੈ, ਰੱਬ ਨੂੰ ਮਿਲਣਾ। ਪਰ ਮਨੁੱਖ ਜਦੋਂ ਸੰਸਾਰ ਵੱਲ ਵੇਖਿਆ, ਸੰਸਾਰ ਦੇ ਵਿੱਚ ਨਿਆਰੇ ਨਿਆਰੇ ਧਰਮ ਵੇਖੇ, ਅਤੇ ਉਸ ਤਰ੍ਹਾਂ ਦੇ ਕਰਮ ਪ੍ਰਧਾਨ ਵਾਲੇ ਜਿਹੜੇ ਲੋਕ ਸਨ ਜਾਂ ਧਰਮ ਸਨ, ਉਹਨਾਂ ਦੇ ਮੁਤਾਬਕ ਇਹਨੇ ਆਪਣੇ ਜੀਵਨ ਦਾ ਲਕਸ਼ ਕੁਝ ਹੋਰ ਬਣਾ ਲਿਆ। ਰੱਬ ਦੀ ਭਗਤੀ ਛੱਡ ਕੇ ਜਦੋਂ ਇਹ ਹੋਰ ਕਰਮ ਕਰਨ ਲੱਗ ਪਿਆ, ਤਾਂ ਪਰਮਾਤਮਾ ਤੋਂ ਦੂਰ ਹੋ ਗਿਆ, ਵਾਹਿਗੁਰੂ ਤੋਂ ਦੂਰ ਹੋ ਗਿਆ। ਅਤੇ ਜਦੋਂ ਤੱਕ ਮਨੁੱਖ ਰੱਬ ਨੂੰ ਨਹੀਂ ਪਾ ਲੈਂਦਾ, ਇਹ ਭਟਕਦਾ ਰਹੇਗਾ, ਖੁਆਰ ਹੁੰਦਾ ਰਹੇਗਾ। ਜਿਵੇਂ ਸਾਡੇ ਮਨੁੱਖਾ ਤਨ ਦਾ ਲਕਸ਼ ਕੀ ਹੈ, ਸੰਸਾਰਕ ਤੌਰ 'ਤੇ ਮਨੁੱਖਾ ਇਸ ਸਰੀਰ ਨੂੰ ਸੁੱਖ ਆਰਾਮ ਨਾਲ ਜੀਵਨ ਵਾਸਤੇ ਅੰਨ ਪਾਣੀ ਚਾਹੀਦਾ ਹੈ, ਰਹਿਣ ਵਾਸਤੇ ਘਰ ਚਾਹੀਦਾ ਹੈ, ਪਾਉਣ ਵਾਸਤੇ ਬਸਤਰ ਚਾਹੀਦੇ ਨੇ, ਖਾਣ ਵਾਸਤੇ ਭੋਜਨ ਚਾਹੀਦਾ ਹੈ। ਤਾਂ ਉਹ ਪ੍ਰਾਪਤੀ ਕਿਵੇਂ ਹੋਏਗੀ? ਧਨ ਕਮਾਉਣ ਦੇ ਨਾਲ। ਜੋ ਮਨੁੱਖ ਧਨ ਕਮਾਵੇ, ਪੈਸਾ ਕਮਾਵੇ, ਇੰਨਾ ਕੁ ਪੈਸਾ ਕਮਾ ਲਵੇ ਕਿ ਉਹਨੂੰ ਆਪਣੀ ਬਜ਼ੁਰਗ ਅਵਸਥਾ ਬਾਰੇ ਵੀ ਕੋਈ ਸ਼ੰਕਾ ਨਾ ਰਹਿ ਜੇ ਕਿ ਹੁਣ ਮੈਂ ਬਜ਼ੁਰਗ ਹੋ ਜਾਵਾਂਗਾ ਅਤੇ ਮੇਰੇ ਕੋਲ ਪੱਲੇ ਕੁਝ ਹੈ ਨਹੀਂ, ਮੇਰਾ ਕੀ ਬਣੇਗਾ। ਜਿਹੜੇ ਬਜ਼ੁਰਗ ਲੋਕ ਜਿਨ੍ਹਾਂ ਕੋਲ ਪੈਸਾ ਨਹੀਂ ਨਾ, ਅਕਸਰ ਉਹਨਾਂ ਦੀ ਮਨੋਦਸ਼ਾ ਬੜੀ ਡਾਵਾਂਡੋਲ ਹੋ ਜਾਂਦੀ ਹੈ।
क्योंकि उन्होंने पता है साढ़े कोल हुण धन नहीं तो बच्चों का पता कोई नहीं, ये मर्जी है रोटी देन या ना देन, बड़ा जीवन नीवा चला जाता है। पर जिस बजुर्ग के कोल बहुत सारा धन है, प्रॉपर्टी है, उन्होंने कोई खतरा नहीं, वो एक अपना जीवन जीवदा बड़े ही रोब दे विच, बड़े एक सत्कार विच, बड़े एक अपने मान विच जीवन जीवदा, क्योंकि उन्होंने पता है मेरे कोल बहुत धन है, मैनू किसी की परवाह नहीं है। इसे तरह गुरमुखो जिस मनुख दे कोल बंदगी नहीं है वो भी अंदरों डावां डोल रहिंदा ते उहदी बड़ी दुर्दशा हुंदी है। अज मनोविग्यानी भी ये कहंदे ने, मनोचिंतक भी ये कहंदे ने कि मनुख बजुर्ग हो रहा है तो उन्होंने अपना धन संपदा बचा के रखनी चाहिए है, क्योंकि जिस मनुख बजुर्ग के कोल धन संपदा है उहदा समाज विच भी सत्कार है, भाईचारे विच भी, रिश्तेदारी विच भी ते अपने परिवार विच भी। जिस मनुख के कोलों धन चला गया ਉਹਦਾ संसार भी सत्कार नहीं करता, संसार ਵਿੱਚ रुलदा पिया। बड़े बजुर्ग ਆਪਾਂ ਵੇਖਦੇ ਹਾਂ रुलते ने, ਉਹਨੂੰ ਸਮਾਜਿਕ ਭਾਈਚਾਰਾ भी कोई ਬਹੁਤੀ सपोर्ट नहीं करता, ਤੇ परिवार वाले तो ਆਪਾਂ ਵੇਖਦੇ ਹਾਂ ऐसी मनुख की दुर्दशा कर देंदे ने, बहुत बुरी हालत हो जाती तो बंदा कहता इस जीवन नालों तो मौत हो जाए। तो गुरमुखो लक्ष्य साडा सारियां दा इक्को है, रब नूं मिलना, पर मनुख ने अपने जीवन का लक्ष्य होर बना लिया, क्योंकि ये अंदर वासना चली। इन्हां श्लोकां दे नाल अगे शब्द है पौड़ी दा, सतगुर धन गुरु नानक देव जी महाराज कहते पौड़ी सतगुर विटों वारिया, जित मिलिया खसम संभालिया। बई रब नाल एक होना कित्थे जाना पवेगा, सतगुरु दे कोल जाना पवेगा। सतगुरु तो कुरबान जाइए जिन्हां ने सानू दसदा तेरा लक्ष्य की है, तू होर कर्मां दे चक्रां विच ना पिया फिर। सतगुर विटों वारिया, जित मिलिया खसम संभालिया। जिन कर उपदेश ज्ञान अंजन दिया, इनी नेत्री जगत निहालिया। गुरु पातशाह जी ने ज्ञान कराता, ये संसार नूं वेख लै चंगी तरह, ये संसार दा असल रूप ये है। जे तेरे कोल बंदिया धन ना होया, दुनियावी पैसा ना होया, ते किसी ने तेरी बात नहीं पुछनी। इस तरह सतगुरु ने ये ज्ञान कराता, जे तेरे कोल नाम दा धन ना होया, इत्थे भी खवार होवेगा, अगे भी खवार होवेगा। सतगुरु ने सोझी दे दी। ते योग जिहड़े हन चार, इन्हां नूं जे आपां सीधे शब्दां विच समझना होवे भी योग बला की हन, युगां दा किवें पता लगे। कल भी बेनती कीती सी, योग तीन थावां ते बदलदे ने, वरना ये धरती पशु पंछी जानवर वनस्पति, इथों नहीं पता लगेगा युग बदल गया है। क्योंकि गुरु बाबा जी ने बाणी विच कह दिता, सोई चंद चढ़े से तारे, सोई दिनियर तपतर है, सा धरती सा पौन तुल्हारे। जुग जीव खेले थाम कैसे। ਉਹੀ ਪਸ਼ੂਆਂ ਦਾ ਜੀਵਨ है, ਉਹੀ ਪੰਛੀਆਂ ਦਾ, ਉਹੀ ਜਾਨਵਰਾਂ ਦਾ ਜੀਵਨ है जो सतयुग ਦੇ ਵਿੱਚ ਸੀ, जो द्वापर वे जो त्रेते युग ਵਿੱਚ ਸੀ, ਉਹੀ कलयुग ਦੇ ਵਿੱਚ है। युग बदलते हैं मनुख के जीवन दे विच। जिथे भी युग बदलिया है मनुख के जीवन में बदलिया है, भावें वो सथानक तल ते है, भावें वो समय के अनुसार है, तो भावें मानसिक मंडल दे विच है। युग तीन थावां ते बदलता है।
ਇੱਕ ਤਾਂ ਸਾਡਾ ਮਾਨਸਿਕ ਮੰਡਲ, ਸਾਡੇ ਮਨ ਵਿੱਚ ਫੂਰਨੇ ਕੀ ਚੱਲ ਰਹੇ ਨੇ, ਕਿਉਂਕਿ ਇੱਥੇ ਮਹਾਰਾਜ ਜੀ ਨੇ ਦੱਸ ਦਿੱਤਾ ਹੈ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ। ਸਾਡੇ ਮਨ ਵਿੱਚ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਵੈ। ਸਾਡੇ ਅੰਦਰ ਵਾਸ਼ਨਾ ਕਿਸ ਚੀਜ਼ ਦੀ ਚੱਲ ਰਹੀ ਹੈ, ਫੁਰਨੇ ਕਿਸ ਚੀਜ਼ ਦੇ ਚੱਲ ਰਹੇ ਨੇ। ਵੇਖੋ, ਸਾਰਿਆਂ ਮਨੁੱਖਾਂ ਦੇ ਅੰਦਰ ਇੱਕੋ ਜਿਹੇ ਫੁਰਨੇ ਨਹੀਂ ਚੱਲਦੇ ਹੁੰਦੇ। ਕਿਸੇ ਦੇ ਅੰਦਰ ਕਾਮ ਦੇ ਫੁਰਨੇ ਨੇ, ਕਿਸੇ ਦੇ ਅੰਦਰ ਕ੍ਰੋਧ ਦੇ, ਕਿਸੇ ਦੇ ਅੰਦਰ ਲੋਭ ਦੇ, ਕਿਸੇ ਦੇ ਅੰਦਰ ਮੋਹ ਦੇ, ਕਿਸੇ ਦੇ ਅੰਦਰ ਹੰਕਾਰ ਦੀ ਵਾਸ਼ਨਾ। ਜਿਸ ਤਰ੍ਹਾਂ ਦੀ ਵਾਸ਼ਨਾ ਉਸ ਤਰ੍ਹਾਂ ਦਾ ਸਰੀਰ ਤੇ ਉਸ ਤਰ੍ਹਾਂ ਦੇ ਮਨੁੱਖ ਕਰਮ ਕਰਦਾ ਹੈ। ਫਿਰ 4 ਯੁੱਗ, ਹੁਣ ਸਮਾਂ ਦੇਖੋ, ਜਿਸ ਤਰ੍ਹਾਂ ਦਾ ਸਮਾਂ 4 ਪਹਿਰ ਵੇਖੋ ਤੁਸੀਂ ਦਿਨ ਦੇ। ਜਿਹੜਾ ਸ਼ਾਮ ਦਾ ਸਮਾਂ ਹੁੰਦਾ ਹੈ ਨਾ, ਸ਼ਾਮ ਦਾ 6 ਵਜੇ ਤੋਂ 9 ਵਜੇ ਤੱਕ, ਉਹ ਜਿਹੜਾ ਹੈ ਉਹਨੂੰ ਆਪਾਂ ਸਮੇਂ ਦੇ ਮੁਤਾਬਕ ਕਲਯੁਗ ਕਹਿ ਸਕਦੇ ਹਾਂ। ਜਿਹੜਾ ਸਵੇਰੇ 6 ਤੋਂ 9 ਦਾ ਪਹਿਰ ਹੈ, ਉਹ ਸਤਿਯੁਗ ਦਾ ਵੇਖੋ ਸ਼ਾਂਤਮਈ ਸਮਾਂ ਹੁੰਦਾ ਸਾਰਾ। ਹਰ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਟਿਕਾਅ ਹੁੰਦਾ ਹੈ। 6 ਤੋਂ 9 ਸਵੇਰ ਦਾ, 9 ਤੋਂ 12 ਦੂਸਰਾ ਪਹਿਰ ਆ ਗਿਆ, ਤ੍ਰੇਤਾ ਯੁੱਗ। ਮਨੁੱਖ ਕਰਮਸ਼ੀਲ ਹੋ ਜਾਂਦਾ ਹੈ, ਕਰਮ ਕਰਨ ਲੱਗ ਜਾਂਦਾ ਹੈ, ਦੌੜ ਭੱਜ ਵੱਧ ਜਾਂਦੀ ਹੈ। ਅਤੇ ਇਸ ਤੋਂ ਅੱਗੇ ਦੁਆਪਰ ਯੁੱਗ ਆ ਗਿਆ, ਜਿਹੜਾ 12 ਤੋਂ 3 ਵਜੇ ਉਸ ਸਮੇਂ ਪੂਰਾ ਜ਼ੋਰ ਹੁੰਦਾ। ਮਨੁੱਖ ਜ਼ੋਰ ਲਾ ਰਿਹਾ ਹੁੰਦਾ, ਮੇਰਾ ਕੰਮ ਕੋਈ ਅੱਜ ਰਹਿ ਨਾ ਜਾਏ, ਅੱਜ ਜਿਹੜਾ ਕੰਮ ਨਿਬੜ ਜਾਵੇ ਚੰਗੀ ਗੱਲ ਹੈ। ਅਤੇ ਜਦੋਂ 3 ਤੋਂ 6 ਦਾ ਚੌਥਾ ਪਹਿਰ ਆਉਂਦਾ ਹੈ, ਉਦੋਂ ਮਨੁੱਖ ਕਲਯੁਗ ਆ ਜਾਂਦਾ ਹੈ। ਬੜੀ ਕਾਹਲਾਪਣ ਆ ਜਾਂਦਾ ਹੈ, ਛੇਤੀ ਬੜੀ ਅੰਦਰ ਹੋ ਜਾਂਦੀ, ਕਾਹਲਾ ਪੈ ਜਾਂਦਾ ਹੈ, ਕਈ ਤਰ੍ਹਾਂ ਦੀ ਗਰਦਸ਼ ਹੋ ਜਾਂਦੀ ਹੈ, ਥੱਕ ਟੁੱਟ ਜਾਂਦਾ ਹੈ ਸਮਾਂ। ਇਸੇ ਤਰ੍ਹਾਂ ਜਦੋਂ ਆਪਾਂ ਰਾਤ ਨੂੰ ਵੇਖੀਏ, ਰਾਤ ਦਾ ਜਿਹੜਾ ਹੈ ਉਹ ਅੰਮ੍ਰਿਤ ਵੇਲੇ ਦਾ ਜਿਹੜਾ ਚੌਥਾ ਪਹਿਰ ਹੈ, ਉਹ ਸਤਿਯੁਗੀ ਪਹਿਰ ਹੈ। 306 ਵਜੇ 9 ਤੋਂ 12 ਦਾ ਜਿਹੜਾ ਪਹਿਰ ਹੈ, ਉਹ ਕਲਯੁਗ ਹੈ। 12 ਤੋਂ 2 ਜਿਹੜਾ ਹੈ ਦੁਆਪਰ ਹੈ। 12 ਤੋਂ 3 ਉਹ ਤ੍ਰੇਤਾ ਯੁੱਗ ਹੈ। 3 ਤੋਂ 6 ਦਾ ਜਿਹੜਾ ਚੌਥਾ ਪਹਿਰ ਸਤਿਯੁਗੀ ਪਹਿਰ ਹੁੰਦਾ ਹੈ। ਸਮੇਂ ਦਾ ਆਪਣਾ ਅਸਰ ਹੁੰਦਾ ਹੈ। ਸਤਿਯੁਗ ਦੇ ਵਿੱਚ ਕੀ ਹੁੰਦਾ ਹੈ, ਲੋਕਾਂ ਨੂੰ ਸੰਤੋਖ ਹੁੰਦਾ ਹੈ, ਸਰੀਰ ਨੂੰ ਸੰਤੋਖ ਹੁੰਦਾ ਹੈ, ਸਰੀਰ ਨੂੰ ਟਿਕਾਅ ਹੁੰਦਾ ਹੈ। ਸਤਿਯੁਗ ਦੇ ਵਿੱਚ ਲੋਕ ਬੜੀ ਸੰਤੋਖੀ ਹੁੰਦੇ ਸਨ, ਕੋਈ ਬਹੁਤੀ ਦੌੜ ਭੱਜ ਨਹੀਂ। ਰਾਤ ਨੂੰ ਤੁਸੀਂ ਉੱਠੋ 3 ਵਜੇ 2:30 ਵਜੇ ਉੱਠੋ, ਕੋਈ ਬਹੁਤੀ ਦੌੜ ਭੱਜ ਨਹੀਂ ਹੈ। ਸਮਾਂ ਹੈ, ਸਮੇਂ ਦਾ ਆਪਣਾ ਅਸਰ ਹੈ, ਪ੍ਰਭਾਵ ਹੈ। ਸਮਾਂ ਆ ਗਿਆ ਕਲਯੁਗ ਦਾ ਚੌਥਾ ਪਹਿਰ, ਵੇਖੋ ਕਿਵੇਂ ਦੌੜ ਭੱਜ ਵੱਧ ਜਾਂਦੀ ਹੈ, ਤੇਜ਼ੀ ਹੋ ਜਾਂਦੀ ਹੈ, ਕਰ ਲਈਏ ਉਹ ਕਰ ਲਈਏ। ਸਮੇਂ ਦਾ ਇੱਕ ਆਪਣਾ ਅਸਰ ਹੈ, ਆਪਣਾ ਪ੍ਰਭਾਵ ਹੈ। ਤਾਂ ਹੀ ਆਪਾਂ ਨੂੰ ਨਾਮ ਜਪਣ ਵਾਸਤੇ ਕਿਹਾ ਵੀ ਉਸ ਸਮੇਂ ਵਿੱਚ, ਸਤਿਯੁਗੀ ਸਮੇਂ ਵਿੱਚ ਤੁਸੀਂ ਨਾਮ ਜਪਣ ਦਾ ਅਭਿਆਸ ਬਣਾਓ। ਜਿਸ ਤਰ੍ਹਾਂ ਦੇ ਸਮੇਂ ਨਾਲ ਆਪਾਂ ਜੁੜਾਂਗੇ, ਉਸ ਤਰ੍ਹਾਂ ਦੇ ਬਣਦੇ ਜਾਵਾਂਗੇ। ਸਮੇਂ ਦਾ ਆਪਣਾ ਅਸਰ ਹੈ। ਫਿਰ ਥਾਂ ਦਾ ਆਪਣਾ ਅਸਰ ਹੈ। ਤੁਸੀਂ ਬਾਣੀ ਘਰ ਬੈਠ ਕੇ ਪੜ੍ਹੋ, ਪੜ੍ਹਨੀ ਚਾਹੀਦੀ ਹੈ, ਪਰ ਉਹੀ ਬਾਣੀ ਜਦੋਂ ਤੁਸੀਂ ਅੰਮ੍ਰਿਤ ਵੇਲੇ ਗੁਰਦੁਆਰੇ ਆ ਕੇ ਬੈਠ ਕੇ ਪੜ੍ਹੋਗੇ, ਨਾਮ ਜਪੋਗੇ, ਸਥਾਨ ਦਾ ਆਪਣਾ ਅਸਰ ਹੈ, ਧਰਤੀ ਦਾ, ਟਿਕਾਣੇ ਦਾ ਆਪਣਾ ਅਸਰ ਹੈ। ਇਹੀ ਕਥਾ ਮੈਂ ਆਪਣੇ ਘਰ ਵਿੱਚ ਬੈਠ ਕੇ ਕਰਾਂ, ਕੋਈ ਰਸ ਨਹੀਂ ਬਣੇਗਾ ਇਹਨਾਂ। ਕਥਾ ਉਹੀ ਗੁਰਬਾਣੀ ਮਾਫ ਕਰਨਾ, ਪਰ ਇੰਨਾ ਰਸ ਨਹੀਂ ਬਣੇਗਾ ਜੋ ਗੁਰੂ ਦੇ ਅਸਥਾਨ 'ਤੇ ਆ ਕੇ ਉਹਦਾ ਰਸ ਵੱਧਦਾ ਹੈ, ਉਹਦਾ ਮਹਾਤਮ ਵੱਧਦਾ ਹੈ। ਅਸਥਾਨ ਦਾ ਆਪਣਾ ਫਰਕ ਹੈ। ਯੁੱਗ 3 ਥਾਵਾਂ 'ਤੇ ਬਦਲਦਾ। ਇਸ ਸਮੇਂ ਇੱਥੇ ਕਿਹੜਾ ਯੁੱਗ ਚੱਲ ਰਿਹਾ? ਸਤਿਯੁਗ ਚੱਲ ਰਿਹਾ ਹੈ।
ਇੱਥੇ ਹੀ ਮਾਨੋ ਹੁਣੇ ਆਪਾਂ ਕੋਈ ਲੜਾਈ ਝਗੜਾ ਸ਼ੁਰੂ ਕਰ ਲਈਏ ਤੇ ਕਲਯੁਗ ਆ ਗਿਆ। ਸਮਾਂ, ਸਮੇਂ ਦਾ ਆਪਣਾ ਅਸਰ ਹੈ। ਉਹੀ ਅਸਥਾਨ ਸਤਿਯੁਗੀ ਵੀ ਬਣ ਸਕਦਾ ਹੈ, ਉਹੀ ਅਸਥਾਨ ਕਲਯੁਗੀ ਵੀ ਬਣ ਸਕਦਾ ਹੈ, ਉਹੀ ਅਸਥਾਨ ਤ੍ਰੇਤਾ ਵੀ ਬਣ ਸਕਦਾ ਹੈ, ਦੁਆਪਰ ਯੁੱਗ ਦਾ ਸਭ ਵੀ ਬਣ ਸਕਦਾ ਹੈ। ਤੁਸੀਂ ਦੇਖੋ, ਬਹੁਤ ਵੱਡਾ ਜੰਗ ਦੁਆਪਰ ਯੁੱਗ ਦੇ ਵਿੱਚ ਮਹਾਂਭਾਰਤ ਦਾ ਹੋਇਆ, ਬੜੀ ਬਰਬਾਦੀ ਹੋਈ। ਜਿਹੜੇ ਜੰਗ ਲੜਾਈਆਂ ਹੁੰਦੀਆਂ ਨੇ ਇਸ ਅਵਸਥਾ ਵਿੱਚ ਹੀ ਹੁੰਦੀਆਂ ਨੇ। ਤ੍ਰੇਤੇ ਦੇ ਵਿੱਚ ਸ਼ੁਰੂਆਤ ਹੋ ਜਾਂਦੀ ਹੈ, ਪਰ ਇੰਨਾ ਨਹੀਂ ਜਿੰਨਾ ਦੁਆਪਰ ਯੁੱਗ ਦੇ ਵਿੱਚ। ਸਮੇਂ ਦਾ ਆਪਣਾ ਇੱਕ ਪ੍ਰਭਾਵ ਹੈ, ਅਸਥਾਨ ਦਾ ਵੀ ਆਪਣਾ ਇੱਕ ਭਾਵ ਹੈ। ਉੱਥੇ ਵੀ ਯੁੱਗ ਬਦਲਦਾ, ਸਮੇਂ ਵਿੱਚ ਵੀ ਯੁੱਗ, ਸਥਾਨਕ ਤੌਰ 'ਤੇ। ਤੀਸਰਾ ਹੈ ਮਾਨਸਿਕ ਮੰਡਲ। ਸਾਡੇ ਮਨ ਵਿੱਚ ਫੁਰਨੇ ਕੀ ਚੱਲ ਰਹੇ ਨੇ, ਮਨ ਵਿੱਚ ਫੁਰਨੇ ਚੱਲ ਰਹੇ ਨੇ ਲੋਭ ਦੇ, ਮਨ ਵਿੱਚ ਫੁਰਨੇ ਚੱਲ ਰਹੇ ਨੇ ਕ੍ਰੋਧ ਦੇ, ਹੰਕਾਰ ਦੇ, ਜਾਂ ਮਨ ਵਿੱਚ ਫੁਰਨੇ ਚੱਲ ਰਹੇ ਨੇ ਧਰਮ ਦੇ, ਸੱਤ ਦੇ, ਸੇਵਾ ਕਰਨ ਦੇ, ਬਾਣੀ ਪੜ੍ਹਨ ਦੇ। ਉਹਦੇ ਹਿਸਾਬ ਨਾਲ ਵੀ ਯੁੱਗ ਅੰਦਰ ਬਦਲਿਆ ਹੈ। ਬਾਹਰੋਂ ਤਾਂ ਕੁਝ ਨਹੀਂ ਬਦਲਿਆ। ਯੁੱਗ ਕੀ, ਆਪਾਂ ਕਿਵੇਂ ਕਹਿ ਦਾਂਗੇ ਯੁੱਗ ਬਦਲ ਗਿਆ ਹੈ? ਬਾਹਰੋਂ ਕੀ ਬਦਲਿਆ? ਕੁਝ ਵੀ ਨਹੀਂ ਬਦਲਿਆ। ਉਹੀ ਬਨਸਪਤੀ, ਉਹੀ ਪਸ਼ੂ ਪੰਛੀ, ਉਹੀ ਸੂਰਜ ਹੈ, ਉਹੀ ਚੰਦਰਮਾ ਹੈ। ਹੁਣ ਇਹਨੂੰ ਹੋਰ ਆਪਾਂ ਨੇੜੇ ਸਮਝ ਲਈਏ, ਕਿਉਂਕਿ ਇੱਥੇ ਯੁਗਾਂ ਦਾ ਜ਼ਿਕਰ ਆਇਆ, ਤਾਂ ਕਰਕੇ ਇਹ ਕਥਾ ਬੜੀ ਡੂੰਘੀ ਹੈ। ਯੁਗਾਂ ਨੂੰ ਸਮਝਣਾ, ਯੁਗਾਂ ਦੀ ਵਿਚਾਰ ਗੁਰਬਾਣੀ ਦੇ ਅਨੁਸਾਰ ਕਰਨੀ ਬੜੀ ਔਖੀ, ਕਠਮ, ਵਿਖਮ ਗੱਲ ਹੈ। ਸਤਿਗੁਰੂ ਮੈਂ ਰਾਮਤ ਕਰਨ। ਫਿਰ ਯੁੱਗ ਸਾਡੇ ਸਰੀਰ 'ਤੇ ਵੀ ਚਾਰੇ ਯੁੱਗ ਬਦਲਦੇ ਨੇ। ਜਦੋਂ ਸਾਡਾ ਸਰੀਰ ਬਚਪਨ ਵਿੱਚ ਸੀ, ਉਹ ਸਤਿਯੁਗ ਦੇ ਵਿੱਚ ਸੀ। ਸਤਿਯੁਗੀ ਲੋਕ ਬੜੇ ਸੰਤੋਖੀ ਨੇ। ਬੱਚੇ ਦਾ ਕੀ ਜੀਵਨ ਹੈ, ਜੋ ਮਿਲ ਗਿਆ ਖਾ ਲਿਆ, ਬੜਾ ਖੁਸ਼ ਹੈ, ਦੌੜਿਆ ਫਿਰਦਾ ਹੈ, ਕੋਈ ਬਹੁਤੇ ਵੈਰੀ ਦੁਸ਼ਮਣ ਨਹੀਂ, ਸਾਰੇ ਮਿੱਤਰ ਹੀ ਨੇ ਤਕਰੀਬਨ। ਸਾਡੇ ਸਰੀਰ 'ਤੇ ਵੀ ਇਹ ਚਾਰ ਯੁੱਗ ਆਉਂਦੇ ਨੇ, ਸਮਾਂ ਬਦਲਦਾ ਆਪਣੇ ਆਪ। ਬੱਚੇ ਦਾ ਜੀਵਨ ਸਤਿਯੁਗੀ ਜੀਵਨ ਹੈ। ਬੱਚੇ ਨੂੰ ਬਹੁਤੀ ਭੱਜ ਦੌੜ ਨਹੀਂ ਹੈ। ਤ੍ਰੇਤਾ ਯੁੱਗ ਆ ਗਿਆ, ਆਪਣੇ ਆਪ ਨੂੰ ਬਲਸ਼ਾਲੀ ਕਰਨਾ। ਬੱਚਾ ਦੌੜਨ ਲੱਗ ਜਾਂਦਾ ਹੈ, ਜਿਮ ਜਾਣ ਲੱਗ ਜਾਂਦਾ ਹੈ, ਖੇਡਣ ਲੱਗ ਜਾਂਦਾ, ਮੈਂ ਤਾਕਤਵਰ ਬਣਨਾ ਹੈ। ਇਹ ਤ੍ਰੇਤੇ ਯੁੱਗ ਦੀ ਅਵਸਥਾ ਹੈ। ਉਹ ਮਹਾਰਾਜ ਨੇ ਇੱਥੇ ਚਾਰੇ ਯੁੱਗਾਂ ਦਾ ਜ਼ਿਕਰ ਕੀਤਾ। ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਓ। ਸਾਡੇ ਜੀਵ ਆਤਮਾ ਨੂੰ ਇੱਕ ਸਰੀਰ ਰਥ ਮਿਲਿਆ ਹੈ। ਰਥ, ਇੱਕ ਰਥ ਨੂੰ ਚਲਾਉਣ ਵਾਲਾ ਹੈ, ਇੱਕ ਉਹਦੇ ਵਿੱਚ ਸਫ਼ਰ ਕਰ ਰਹੀ ਹੈ। ਜੀਵ ਆਤਮਾ ਇੱਕ ਰਥ ਹੈ, ਇੱਕ ਗੱਡੀ ਹੈ। ਇਹਨੂੰ ਆਪਾਂ ਸਮਝ ਲਈਏ, ਇੱਕ ਗੱਡੀ ਨੂੰ ਚਲਾਉਣ ਵਾਲਾ ਡਰਾਈਵਰ ਹੈ, ਇੱਕ ਵਿੱਚ ਗੱਡੀ ਦੇ ਵਿੱਚ ਮਾਲਕ ਬੈਠਾ ਹੋਇਆ ਹੈ। ਸਾਡੀ ਜੀਵ ਆਤਮਾ ਮਾਲਕ ਹੈ, ਸਰੀਰ ਇੱਕ ਗੱਡੀ ਹੈ। ਇਹਨੂੰ ਚਲਾ ਕੌਣ ਰਿਹਾ ਹੈ? ਉਹ ਮਹਾਰਾਜ ਨੇ ਇੱਥੇ ਸਾਰਾ ਦੱਸਿਆ ਵੀ ਯੁੱਗਾਂ ਦੇ ਮੁਤਾਬਕ ਬਦਲ ਜਾਂਦਾ ਹੈ। ਜਿਵੇਂ ਸਾਡਾ ਬਚਪਨ ਵਿੱਚ ਸਾਡੇ ਇਸ ਸਰੀਰ ਦੀ ਗੱਡੀ ਨੂੰ ਕੌਣ ਚਲਾ ਰਿਹਾ ਸੀ? ਸੰਤੋਖ ਚਲਾ ਰਿਹਾ ਸੀ। ਕਿਉਂਕਿ ਬੱਚਾ ਬੜਾ ਸੰਤੋਖੀ ਹੈ, ਉਹਨੂੰ ਕੋਈ ਬਹੁਤਾ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਦੌੜ ਭੱਜ ਨਹੀਂ। ਈਵਨ ਉਹਨੂੰ ਪੜ੍ਹਾਈ ਦਾ ਵੀ ਫਿਕਰ ਨਹੀਂ ਹੈ, ਉਹਨੂੰ ਪੜ੍ਹਾਈ ਦੀ ਅਹਿਮੀਅਤ ਦਾ ਵੀ ਨਹੀਂ ਪਤਾ ਹੈ। ਤ੍ਰੇਤਾ ਯੁੱਗ ਆ ਗਿਆ, ਬੱਚਾ ਥੋੜ੍ਹਾ ਜਵਾਨ ਹੋ ਗਿਆ ਹੈ, 12, 15, 16 ਸਾਲ ਦਾ। ਹੁਣ ਆਪਣੇ ਆਪ ਨੂੰ ਬਲ ਵਾਲਾ ਕਰਨਾ ਚਾਹੁੰਦਾ ਹੈ। ਤ੍ਰੇਤੈ ਰਥ ਜਤੈ ਕਾ। ਜਤੀ ਬਣਨਾ ਤੇ ਉਹਦੇ ਵਾਸਤੇ ਜ਼ੋਰ ਚਾਹੀਦਾ ਹੈ, ਬਲ, ਪਾਵਰ ਚਾਹੀਦੀ ਹੈ। ਦੁਆਪਰ ਰਥ ਤਪੈ ਕਾ। ਦੁਆਪਰ ਰਥ ਆ ਗਿਆ। ਦੁਆਪਰ ਦੇ ਵਿੱਚ ਸਰੀਰ ਬੜਾ ਬਲ ਵਾਲਾ ਬਣ ਗਿਆ ਹੈ। ਤੇ ਮਹਾਰਾਜ ਕਹਿੰਦੇ ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਓ। ਜਦੋਂ ਜੀਵਨ ਦਾ ਲਕਸ਼ ਇਹ ਬਣ ਗਿਆ, ਸਰੀਰ ਦੀ ਅਵਸਥਾ 'ਤੇ ਵੇਖੋ ਕਿਵੇਂ ਯੁੱਗ ਬਦਲਦਾ ਹੈ। ਉਸ ਸਮੇਂ ਫਿਰ ਬੜੀ ਘਾਲਣਾ ਘਾਲ ਲਈ ਹੈ। ਹੁਣ ਪਹਿਲਾਂ ਬੱਚਾ ਜਵਾਨ ਹੋਇਆ ਨਾ, ਹੁਣ ਉਹਦੇ ਕੋਲ ਜਿਹੜਾ ਬਲ ਹੈ ਉਹਨੂੰ ਆਪਣੇ ਕਾਰੋਬਾਰ ਵਿੱਚ ਲਾਉਂਦਾ ਹੈ। ਜਦੋਂ ਬੱਚਾ ਜਿਮ ਜਾ ਰਿਹਾ ਹੈ ਜਾਂ ਖੇਡਾਂ ਕਰ ਰਿਹਾ ਹੈ, ਉਹ ਬਲ ਨੂੰ, ਸਰੀਰ ਨੂੰ ਬਲ ਵਿੱਚ, ਪਾਵਰ ਵਿੱਚ ਕਰ ਰਿਹਾ ਹੈ। ਜਦੋਂ ਪਾਵਰ ਵਿੱਚ ਹੋ ਗਿਆ, ਹੁਣ ਕੀ ਕਹਿੰਦਾ? ਉਸ ਪਾਵਰ ਨੂੰ, ਉਸ ਬਲ ਨੂੰ ਵਰਤਣਾ ਕਿੱਥੇ ਹੈ? ਕਹਿੰਦਾ ਹੁਣ ਦੌੜ ਭੱਜ ਕਰਦਾ, ਧਨ ਕਮਾਵਾਂ,
कोई कारोबार करा। ये द्वापर युग की अवस्था है। चौथी अवस्था शरीर ते आ गई, कलयुग की बिरध हो गया। ये कलयुगी अवस्था है शरीर की। जिन्ना ज़्यादा तृष्णालु बजुर्ग हो जाता है, इन्ना जवान नहीं, इन्ना प्रौढ़ बच्चा नहीं, इन्ना बालक नहीं है। जवान बजुर्ग बंदा बहुत कल्पना दे विच आ जाता है, क्योंकि कई प्रकार का उन्होंने फिक्र चिंता हो जाती। बच्चे नूं इन्नी चिंता नहीं है। जिहड़ा बच्चा 10-15 साल का वो भी इन्ना फिक्र विच नहीं, जिहड़ा जवान है वो भी इन्ना फिक्र विच नहीं। पर जदों बजुर्ग होण लग जाता फिर बड़े फिक्र होण लग जाते हैं, वो किवें होवेगा, वो किवें होवेगा। ते बहुता नहीं तो फिर जिवें आरंभ विच की बेनती की, बजुर्ग नूं अपने आप दे फिक्र पै जाता है भी धन मेरे कोल नहीं रहा, जमीन मेरे कोल नहीं रही, मेरे बच्चे पता नहीं रोटी पुछणगे कि ना पुछणगे। कलयुग दे विच कल्पना वध जाती है। कलयुगी अवस्था, कलयुग रथ अगन का, कूड़ अगै रथवाहो। इनू आपां होर अगे खोलांगे, कल नूं समय की समाप्ति है। जुगां दे द्वारा महाराज सानू उपदेश कर रहे ने वाहिगुरू का नाम जपण दे वास्ते कि इस जीवन का तू होर कोई लक्ष्य ना बना। लक्ष्य पहला ही देता रब ने आपां नूं कि तू भई प्राप्त मानुख देवरिया, गोबिंद मिलन की ये तेरी वरिया। पर जदों आपां लक्ष्य होर बना लांगे तो उस लक्ष्य नूं पूरा करन वास्ते कर्म भी उस तरह के करने पैणगे। लक्ष्य बना लिया पहलवान बनना है, भगत नहीं बनना, पहलवान बनना है। पहलवान नूं अखाड़े में जाना पवेगा, बदाम खाने पैणगे, काजू खाने पैणगे, घोल करनी पेगी। लक्ष्य बना लिया मैं विद्वान बनना है, ग्रंथ पढ़ने पैणगे, होर बहुत कुछ करना पवेगा। लक्ष्य बदल गया, कर्म बदल गए। इस तरह गुरु पातशाह कहते भाई ये सतयुग दे विच लक्ष्य बदल गया, मेरा ये लक्ष्य है। तो फिर उस तरह के कर्म करन लग पिया, त्रेते विच, द्वापर विच, कलयुग विच। इस करके महाराज सच्चे पातशाह कहते वो फिर जीव जमदा ही मरदा रहिंदा है। जुग जुग फेर वटाई है, ज्ञानी बूझे ताहे। जुग जुग विच फिर रथ बदलदा रहा। जिवें अज तो पहला मनुख गड्डे चलाते सी, पहला रथ चलाते सी, पहला घोड़ियां की सवारी करते सी, फिर रथ आ गए, फिर गड्डे आ गए, हुण गड्डियां आ गईयां ने। उस समय के नाल चीज़ बदल गई। ड्राइवर भी उस तरह के हो गए। हुण गड्डा चलाने वाला गड्डी थोड़ा चला लेगा, जिन्होंने गड्डा चलाना आउंदे ने, बैल हकने आउंदे ने। और रथवाही भी बदलिया, रथवाही का जीवन भी बदलिया, चलाने वाले का सुभाव भी बदल गया। ਉਹਦੇ ਮੁਤਾਬਕ सच्चे पातशाह इत्थे उपदेश कर रहे हैं। जिवें सतगुरु मेहरामद करके सेवा लैणगे, इस तरह के शब्द बड़े समझ तो थोड़े बाहर होंदे ने, विखम होंदे ने, ਸਰੋਤਿਆਂ वास्ते भी और विचारवान वास्ते भी। सतगुरु मेहरामद करन आप ही विच वरत के शब्द ही विचार करवा लैण। होईयां भुल्लां दी खिमा। वाहिगुरू जी का खालसा, वाहिगुरू जी की फतेह।